Hello everyone. In this video, we will start with a new chapter number 16, sustainable management of natural resources. ਜਿੱਦਾਂ ਆਪਾਂ ਪਿੱਛੇ ਪੜ੍ਹ ਕੇ ਆਏ ਸੀ, what are the different procedure, ਕਿਹੜੇ ਚੀਜ਼ਾਂ ਤੋਂ ਆਪਾਂ resources ਲਈਦੇ ਆ, ਕਿੱਥੋਂ ਆਪਾਂ ਨੂੰ ਕਿਸ ਚੀਜ਼ ਦਾ ਐਡਵਾਂਟੇਜ ਹੁੰਦਾ ਹੈ, ਕਿਸ resources ਦਾ ਕਿਹਦਾ ਡਿਸਐਡਵਾਂਟੇਜ ਹੈ। ਹੁਣ ਆਪਾਂ ਪੜਾਂਗੇ ਕਿ ਇਹ ਜਿਹੜੀ ਆਪਣੇ ਕੋਲ ਨੈਚੁਰਲ ਰਿਸੋਰਸਿਸ ਹੈ ਇਹਨਾਂ ਦੀ ਐਕਚੁਅਲ ਦੇ ਵਿੱਚ ਮੈਨੇਜਮੈਂਟ ਆਪਾਂ ਕਿੱਦਾਂ ਵਧੀਆ ਪ੍ਰਸਾਈਜ਼ਲੀ ਕਰ ਸਕਦੇ ਹਾਂ, ਠੀਕ ਹੈ। ਤੇ ਗਵਰਨਮੈਂਟ ਕਿੱਦਾਂ ਇਨਵੋਲਵ ਹੁੰਦੀ ਹੈ, ਸਾਰਾ ਕੁਝ ਓਕੇ। ਲਿਵਿੰਗ ਇਨ ਹਾਰਮੋਨੀ ਵਿਦ ਨੇਚਰ is not new to us. Sustainable living has always been an integral part of Indians traditional and culture, ਠੀਕ ਹੈ। ਜਿਹੜਾ ਆਪਾਂ ਨੇਚਰ ਨਾਲ ਹਮੇਸ਼ਾ ਜੁੜ ਕੇ ਰਹਿੰਦੇ ਪਏ ਹਾਂ ਅਤੇ ਹਮੇਸ਼ਾ ਨੇਚਰ ਦੇ ਰਿਸੋਰਸਿਸ ਨੂੰ ਆਪਾਂ ਯੂਜ਼ ਕਰਦੇ ਪਏ ਅਤੇ ਇਹ ਇੰਡੀਅਨ ਟ੍ਰਡੀਸ਼ਨ ਅਤੇ ਕਲਚਰ ਦੇ ਵਿੱਚ ਵੀ ਬਹੁਤ ਤਰ੍ਹਾਂ ਇਨਵੋਲਵ ਹੋ ਚੁੱਕਾ ਹੈ। ਇਟ ਹੈਜ਼ ਬੀਨ ਐਨ ਇੰਟੀਗ੍ਰੇਟਿਡ with our long lasting tradition and practices, customs, art and crafts, festival, food, beliefs, ritual and folklore, ਠੀਕ ਹੈ। ਆਪਣੇ ਈਵਨ ਆਪਣੇ ਜਿਹੜੇ ਟ੍ਰਡੀਸ਼ਨਸ ਹੈ ਅਤੇ ਪ੍ਰੈਕਟਿਸਿਸ ਹੈ ਆਪਣੇ ਆਲੇ ਦੁਆਲੇ ਜਿੰਨੀਆਂ ਵੀ ਹੁੰਦੀਆਂ ਇਹ ਮੋਸਟਲੀ ਨੇਚਰ ਦੇ ਨਾਲ ਹੀ ਜੁੜੀਆਂ ਹੁੰਦੀਆਂ ਆ। ingrained within us is the philosophy that entire natural world is be in harmony, which is reflected in a famous phrase in Sanskrit, Vasudhaiv Kutumbakam, that means the entire earth is one family. ਸੌਰੀ ਅਗਰ ਮੈਂ ਇਹਨੂੰ ਗਲਤ ਪ੍ਰੋਨੰਸੀਏਟ ਕੀਤਾ ਹੋਊਗਾ, ਬਟ ਇਹਦੇ ਵਿੱਚ ਉਹ ਮੇਨਲੀ ਇਹੀ ਚੀਜ਼ ਕਹਿੰਦੇ ਪਏ ਆ ਕਿ ਜਿਹੜੀ ਪੂਰੀ ਅਰਥ ਹੈ ਇੱਕ ਫੈਮਿਲੀ ਦੀ ਤਰ੍ਹਾਂ ਰਹਿੰਦੀ ਪਈ ਹੈ, ਹਰੇਕ ਚੀਜ਼ ਇੱਕ ਦੂਜੇ 'ਤੇ ਡਿਪੈਂਡੈਂਟ ਹੈ। ਦ ਫਰੇਜ਼ ਇਜ਼ ਮੈਂਸ਼ਨਡ ਇਨ Mahabharata, that is probably a part of ancient Indian text Arthava Veda. In class 9th we have already learned about some natural resources like soil, air, water and how various components are recycled over and over again in nature, ਠੀਕ ਹੈ। ਕਲਾਸ 9 ਦੇ ਵਿੱਚ ਵੀ ਉਹ ਕਹਿੰਦੇ ਆਪਾਂ ਆਲਰੇਡੀ ਆਪਾਂ ਇਹਨਾਂ ਦੇ ਬਾਰੇ ਪੜ੍ਹ ਕੇ ਆਏ ਹੋਏ ਹਾਂ ਕਿ ਸੋਇਲ, ਏਅਰ, ਵਾਟਰ ਇਹ ਕਿੱਦਾਂ ਆਪਣੇ ਆਪ ਹੀ ਸਾਰੇ ਚੀਜ਼ਾਂ ਰਿਸੋਰਸਿਸ ਜਿਹੜੇ ਆ ਰੀਸਾਈਕਲ ਹੁੰਦੇ ਰਹਿੰਦੇ ਆ। ਆਲਸੋ ਵੀ ਹੈਵ ਲਰਨਡ ਇਨ ਦੀ ਪ੍ਰੀਵੀਅਸ ਚੈਪਟਰ ਅਬਾਊਟ ਦੀ ਪੋਲਿਊਸ਼ਨ ਆਫ ਦੀ ਰਿਸੋਰਸਿਸ ਬਿਕੋਜ਼ ਆਫ ਸਮ ਆਵਰ ਐਕਟੀਵਿਟੀਜ਼, ਆਪਾਂ ਇਹਨਾਂ ਬਾਰੇ ਵੀ ਪੜ੍ਹਿਆ ਆ ਕਿ ਇਹ ਚੀਜ਼ਾਂ ਪੋਲਿਊਟ ਵੀ ਕਿੱਦਾਂ ਹੁੰਦੀਆਂ ਪਈਆਂ। ਇਨ ਦਿਸ ਚੈਪਟਰ ਵੀ ਸ਼ੈਲ ਲੁੱਕ ਐਟ ਸਮ ਆਫ ਦੀ ਰਿਸੋਰਸਿਸ ਐਂਡ ਹਾਊ ਵੀ ਆਰ ਯੂਜ਼ਿੰਗ them. Maybe we should also think about how we ought to be using our resources as to sustain them and conserve environment, ਠੀਕ ਹੈ। ਹੁਣ ਇਹਦੇ ਵਿੱਚ ਆਪਾਂ ਬੇਸਲੀ ਇਹਦੇ ਬਾਰੇ ਗੱਲ ਕਰਾਂਗੇ ਕਿੱਦਾਂ ਇਹਨਾਂ ਨੂੰ ਆਪਾਂ ਯੂਜ਼ ਕਰਨਾ ਅਤੇ ਕਿੱਦਾਂ ਇਹਨਾਂ ਨੂੰ ਆਪਾਂ ਬਚਾ ਕੇ ਰੱਖ ਸਕਦੇ ਹਾਂ, ਅਤੇ ਕਿਉਂਕਿ ਫਿਊਚਰ ਜਨਰੇਸ਼ਨਸ ਨੇ ਵੀ ਇਹਨਾਂ ਨੂੰ ਯੂਜ਼ ਕਰਨਾ ਹੁੰਦਾ ਹੈ। ਵੀ ਸ਼ੈਲ be looking at the natural resources like forest, wildlife, water, coal and petroleum and see what are the issues to at stake in deciding how these resources are to be managed for sustainable development along with the input from a ਟ੍ਰੈਡੀਸ਼ਨਲ ਪ੍ਰੈਕਟਿਸਿਸ। ਉਹੀ ਗੱਲ ਦੁਬਾਰਾ ਇਹਨਾਂ ਨੇ ਕਹਿਤੀ ਕਿ ਆਪਾਂ ਇਹਨਾਂ ਬਾਰੇ ਪੜ੍ਹਾਂਗੇ, ਫੋਰੈਸਟ ਬਾਰੇ ਪੜ੍ਹਾਂਗੇ, ਵਾਈਲਡ ਲਾਈਫ, ਵਾਟਰ, ਕੋਲ ਐਂਡ ਪੈਟਰੋਲੀਅਮ ਬਾਰੇ ਪੜ੍ਹਾਂਗੇ ਕਿ ਇਹਨਾਂ ਨੂੰ ਆਪਾਂ ਕਿੱਦਾਂ ਸਸਟੇਨੇਬਲ ਡਿਵੈਲਪਮੈਂਟ ਦੇ ਵਿੱਚ ਇਸਤੇਮਾਲ ਕਰ ਸਕਦੇ ਹਾਂ, ਯੂਜ਼ ਕਰ ਸਕਦੇ ਹਾਂ ਇਹਨਾਂ ਦਾ। ਵੀ ਆਫਨ ਹੀਅਰ ਐਂਡ ਰੀਡ ਅਬਾਊਟ ਦੀ ਇਨਵਾਇਰਮੈਂਟਲ ਪ੍ਰੋਬਲਮਸ, these are often global level problems and we helpless to bring any change, ਠੀਕ ਹੈ। ਜ਼ਿਆਦਾਤਰ ਆਪਾਂ ਮੋਸਟਲੀ ਸੁਣਦੇ ਹੀ ਰਹਿੰਦੇ ਹਾਂ ਕਿ ਇਨਵਾਇਰਮੈਂਟ ਦੇ ਵਿੱਚ ਕਿੱਦਾਂ ਚੇਂਜ ਹੁੰਦੇ ਪਏ। ਸਭ ਤੋਂ ਵੱਡਾ ਚੇਂਜ ਤੇ ਤੁਸੀਂ ਹੁਣ ਖੁਦ ਵੀ ਦੇਖ ਸਕਦੇ, ਕਰੋਨਾ ਵਾਇਰਸ ਕਰਕੇ ਸਾਰਾ ਕੁਛ ਲੋਕਡਾਊਨ ਹੋਇਆ ਅਤੇ ਪੋਲਿਊਸ਼ਨ ਲੈਵਲ ਕਿੰਨੇ ਜ਼ਿਆਦਾ ਡਾਊਨ ਹੋ ਚੁੱਕੇ, ਅਤੇ ਤੁਸੀਂ ਖੁਦ ਦੇਖ ਸਕਦੇ ਆ ਕਿ ਆਪਣੀਆਂ ਕਾਰਸ ਵਗੈਰਾ ਆਪਣੀ ਡੇਲੀ ਲਾਈਫ ਕਿੰਨੀ ਜ਼ਿਆਦਾ ਇਫੈਕਟ ਕਰਦੀ ਪਈ ਹੈ ਇਨਵਾਇਰਮੈਂਟ ਨੂੰ। ਪਰ ਹੁਣ ਜਿੱਦਾਂ ਕਿ ਸਾਰਾ ਕੁਛ ਬੰਦ ਹੋਇਆ ਅਤੇ ਸਾਰਾ ਕੁਛ ਵਧੀਆ ਹੋ ਚੁੱਕਾ ਹੈ ਇਸ ਟਾਈਮ। ਦੇਅਰ ਆਰ ਇੰਟਰਨੈਸ਼ਨਲ ਲਾਜ਼ ਐਂਡ ਰੈਗੂਲੇਸ਼ਨ ਐਂਡ ਦੈਨ ਦੇਅਰ ਆਰ ਆਵਰ ਓਨ national laws, acts for environmental protection. There are also national and international organization working towards protecting our environment, ਠੀਕ ਹੈ। ਬਹੁਤ ਸਾਰੀਆਂ ਇੱਦਾਂ ਦੀਆਂ ਆਰਗੇਨਾਈਜੇਸ਼ਨਸ ਹੈ ਨੈਸ਼ਨਲ ਲੈਵਲ 'ਤੇ ਵੀ ਇੰਟਰਨੈਸ਼ਨਲ ਲੈਵਲ 'ਤੇ ਵੀ ਜਿਹੜੀਆਂ ਇਸ ਚੀਜ਼ਾਂ ਨੂੰ ਇਨਵਾਇਰਮੈਂਟ ਨੂੰ ਪ੍ਰੋਟੈਕਟ ਕਰਨ ਦੇ ਵਿੱਚ ਕਾਫੀ ਜ਼ਿਆਦਾ ਕੰਟਰੀਬਿਊਟ ਅਤੇ ਕਾਫੀ ਜ਼ਿਆਦਾ ਅਵੇਅਰਨੈਸ ਫੈਲਾਉਂਦੀ ਪਈ, ਠੀਕ ਹੈ। ਅਵੇਅਰਨੈਸ ਅਬਾਊਟ ਦੀ ਪ੍ਰੋਬਲਮ ਕੋਜ਼ਡ ਬਾਈ ਅਨਥਿੰਕਿੰਗ ਐਕਸਪਲੋਟਿੰਗ ਆਰ ਰਿਸੋਰਸਿਸ ਹੈਜ਼ ਬੀਨ ਫੇਅਰਲੀ ਰੀਸੈਂਟ ਫਿਨੋਮੀਨਾ ਇਨ ਆਰ ਸੋਸਾਇਟੀ, ਠੀਕ ਹੈ। ਜ਼ਿਆਦਾਤਰ ਕਾਫੀ ਜ਼ਿਆਦਾ ਅਵੇਅਰਨੈਸ ਚੱਲਦੀ ਪਈ ਹੈ ਕਿ ਲੋਕਾਂ ਨੂੰ ਕਿੱਦਾਂ ਜਾਗਰੂਕ ਕੀਤਾ ਜਾਵੇ ਕਿ ਜਿਹੜੇ ਰਿਸੋਰਸਿਸ ਹੈ ਆਪਣੇ ਉਹਨਾਂ ਨੂੰ ਕਿੱਦਾਂ ਆਪਾਂ ਯੂਜ਼ ਕਰਨਾ। ਐਂਡ ਵਨਸ ਦਿਸ ਅਵੇਅਰ ਰਾਈਸਿਸ ਸਮ ਐਕਸ਼ਨ ਇਜ਼ ਯੂਜ਼ਲੀ ਟੇਕਨ। ਯੂ ਮਸਟ ਹੈਵ ਹਰਡ ਅਬਾਊਟ ਦੀ ਗੰਗਾ ਐਕਸ਼ਨ ਪਲਾਨ। ਦਿਸ ਮਲਟੀ ਕੋਰ ਪ੍ਰੋਜੈਕਟ ਕੇਮ ਅਬਾਊਟ 1985 ਬਿਕੋਜ਼ ਦੀ ਕੁਆਲਿਟੀ ਆਫ ਵਾਟਰ ਇਨ ਦੀ ਗੰਗਾ ਵਾਜ਼ ਵੈਰੀ ਪੂਅਰ, ਠੀਕ ਹੈ। 1985 ਦੇ ਵਿੱਚ ਕਾਫੀ ਜ਼ਿਆਦਾ ਗੰਗਾ ਐਕਸ਼ਨ ਪਲਾਨ ਬਾਰੇ ਸੋਚਿਆ ਗਿਆ ਕਿ ਇਹਦੀ ਜਿਹੜੀ ਆਪਣੀ ਗੰਗਾ ਦੀ ਕੁਆਲਿਟੀ ਹੈ ਪਾਣੀ ਦੀ ਬਹੁਤ ਜ਼ਿਆਦਾ ਘੱਟਦੀ ਪਈ ਹੈ, ਠੀਕ ਹੈ, ਦਿਨੋਂ ਦਿਨ। Coliform is a group of bacteria found in human intestine whose presence in water indicates contamination by disease causing microorganism. ਇੱਕ ਬੈਕਟੀਰੀਆ ਦਾ ਨਾਮ ਦੱਸਿਆ ਕਿ ਜਿਹੜਾ ਹਿਊਮਨ ਇੰਟੈਸਟਾਈਨਸ ਦੇ ਵਿੱਚ ਪਾਇਆ ਜਾਂਦਾ, ਜਿਹਦੀ ਪ੍ਰੈਜ਼ੈਂਸ ਇਹ ਇੰਡੀਕੇਟ ਕਰਦੀ ਪਈ ਕਿ ਪਾਣੀ ਕਿੰਨਾ ਜ਼ਿਆਦਾ ਮਾਈਕਰੋ ਔਰਗਨਿਜ਼ਮ ਨੇ ਡਿਜ਼ੀਜ਼ ਕਾਜ਼ ਕਰ ਦਿੱਤਾ ਹੈ, ਠੀਕ ਹੈ। ਉਹਨਾਂ ਦੇਖਿਆ ਉਹਨਾਂ ਨੇ ਕਿ ਕਾਫੀ ਜ਼ਿਆਦਾ ਆਪਣੀ ਜਿਹੜੀ ਹੈ ਗੰਗਾ ਦੇ
ਰਿਸੋਰਸਿਸ ਹੈ ਖਰਾਬ ਹੁੰਦੇ ਪਏ, ਗੰਗਾ ਦਾ ਜਿਹੜਾ ਕੁਆਲਿਟੀ ਆਫ ਵਾਟਰ ਹੈ ਕਾਫੀ ਜ਼ਿਆਦਾ ਖਰਾਬ ਹੁੰਦਾ ਪਿਆ। ਐਜ਼ ਯੂ ਕੈਨ ਸੀ ਦੇयर ਆਰ ਸਮ ਮੇਜ਼ਰੇਬਲ ਫੈਕਟਰ ਵਿਚ ਆਰ ਯੂਜ਼ਡ ਟੂ ਕੁਆਲਿਟੀਫਾਈ ਪੋਲਿਊਸ਼ਨ ਔਰ quality of a water that we use various activities, ਠੀਕ ਹੈ। ਕੁਛ measurements, ਕੋਈ ਮੇਜ਼ਰੇਬਲ ਫੈਕਟਰਸ ਬਣਾਏ ਗਏ ਹੈ ਕਿ ਇਤੋਂ ਥੱਲੇ ਅਗਰ ਕੋਈ ਵੀ ਚੀਜ਼ ਚਲੇ ਜਾਊਗੀ ਤੇ ਉਹਨੂੰ ਆਪਾਂ ਠੀਕ ਨਹੀਂ ਸਮਝਾਂਗੇ। ਫੋਰ ਐਗਜ਼ਾਮਪਲ ਆਪਾਂ 에ਅਰ ਪੋਲਿਊਸ਼ਨ ਲੈਵਲ PPM ਦੇ ਵਿੱਚ ਮਾਪੀਦਾ ਹੈ, ਠੀਕ ਹੈ। ਅਗਰ 50 ਦੇ ਕਰੀਬ ਹੈ ਕਾਫੀ ਵਧੀਆ, 100 ਪਲੱਸ ਹੋ ਗਿਆ ਤੇ ਕਾਫੀ ਜ਼ਿਆਦਾ ਵਰਸਟ ਹੋ ਸਕਦਾ ਹੈ ਕੰਡੀਸ਼ਨ। ਪਰ ਆਪਣੇ ਦਿੱਲੀ ਦੇ ਵਿੱਚ ਤੇ 200 300 ਤੱਕ ਵੀ ਚਲਾ ਜਾਂਦਾ ਹੈ, ਠੀਕ ਹੈ। ਤੁਸੀਂ ਸੋਚ ਸਕਦੇ ਕਿੰਨਾ ਜ਼ਿਆਦਾ ਉੱਥੇ ਪੋਲਿਊਸ਼ਨ ਹੈ। ਸਮ ਆਫ ਦੀ ਪੋਲਿਊਟੈਂਟਸ ਆਰ ਹਾਰਮਫੁਲ ਈਵਨ ਵੈਨ ਦੇ ਪ੍ਰੈਜ਼ੈਂਟ ਇਨ very small quantities and we require sophisticated equipment to measure them, ਠੀਕ ਹੈ। ਕੁਛ ਇੱਦਾਂ ਦੇ ਪੋਲਿਊਟੈਂਟਸ ਵੀ ਹੈ ਜਿਹੜਾ ਬਹੁਤ ਥੋੜੀ ਕੁਆਂਟੀਟੀ ਦੇ ਵਿੱਚ ਵੀ ਅਗਰ ਪ੍ਰੈਜ਼ੈਂਟ ਹੋਣ ਤੇ ਕਾਫੀ ਜ਼ਿਆਦਾ ਨੁਕਸਾਨਦਾਇਕ ਹੈ ਆਪਾਂ ਨੂੰ, ਠੀਕ ਹੈ। ਤੇ ਉਹਨਾਂ ਨੂੰ ਕਾਫੀ ਜ਼ਿਆਦਾ ਆਪਾਂ ਨੂੰ ਕੋਈ ਕੰਪਲੀਕੇਟਡ ਇਕੁਇਪਮੈਂਟ ਚਾਹੀਦੇ ਹੁੰਦੇ ਉਹਨਾਂ ਨੂੰ ਮੇਜਰ ਕਰਨ ਲਈ। But as we have learned in the chapter 2, the pH of water is something that can easily be checked using the universal indicator। ਚੈਪਟਰ 2 ਦੇ ਵਿੱਚ ਆਪਾਂ ਪੜਾਂਗੇ ਕਿ ਪਾਣੀ ਦਾ pH ਆਪਾਂ ਕਿੱਦਾਂ ਮੇਜਰ ਕਰੀਦਾ। pH ਪੇਪਰ ਹੁੰਦਾ ਹੈ, ਉਹਦੇ ਨਾਲ ਆਪਾਂ ਮੇਜਰ ਕਰ ਲਈਦਾ ਹੈ, ਠੀਕ ਹੈ। ਐਸਿਡ ਐਂਡ ਬੇਸ ਬਾਰੇ ਪੜਾਂਗੇ। We need to feel powerless and overwhelmed by the scale of the problems because there are many things that we can do make a difference। You must come across the 5 R's, ਠੀਕ ਹੈ। ਕਲਾਸ 8 ਦੇ ਵਿੱਚ ਵੀ ਹੈ 5 R's ਬਾਰੇ ਜਾਂ 3 R's ਬਾਰੇ ਆਪਾਂ ਮੋਸਟਲੀ ਸੁਣਿਆ ਹੁੰਦਾ ਹੈ। ਰਿਫਿਊਜ਼, ਰਿਡਿਊਸ, ਰੀਯੂਜ਼, ਰੀਪਰਪਸ ਐਂਡ ਰੀਸਾਈਕਲ। ਇਹ ਕਾਫੀ ਇੰਪੋਰਟੈਂਟ ਟੌਪਿਕ ਹੈ, ਤੁਹਾਨੂੰ ਪੁੱਛ ਸਕਦੇ ਵਾਟ ਆਰ ਦਾ 5 R's, ਠੀਕ ਹੈ। ਉੱਥੇ ਤੁਹਾਨੂੰ ਯਾਦ ਹੋਣੇ ਚਾਹੀਦੇ ਰਿਫਿਊਜ਼, ਰਿਡਿਊਸ, ਰੀਯੂਜ਼, ਰੀਪਰਪਸ ਐਂਡ ਰੀਸਾਈਕਲ, ਠੀਕ ਹੈ। ਰਿਫਿਊਜ਼, ਦਿਸ ਮੀਨਸ ਸੇ ਨੋ ਟੂ ਥਿੰਗਸ ਪੀਪਲ ਆਫਰਡ ਯੂ ਦੈਟ ਯੂ ਡੋਂਟ ਨੀਡ। ਇੱਦਾਂ ਦੀਆਂ ਚੀਜ਼ਾਂ ਜਿਹੜੀਆਂ ਤੁਹਾਨੂੰ ਚਾਹੀਦੀਆਂ ਨਹੀਂ ਹੈ, ਲੋਕੀ ਤੁਹਾਨੂੰ ਆਫਰ ਕਰਦੇ ਪਏ। ਰਿਫਿਊਜ਼ ਟੂ ਬਾਏ ਪ੍ਰੋਡਕਟਸ ਦੈਟ ਕੈਨ ਮੇਕ ਹਾਰਮਫੁਲ ਐਂਡ ਦੀ ਇਨਵਾਇਰਮੈਂਟ। ਇੱਦਾਂ ਦੀਆਂ ਚੀਜ਼ਾਂ ਜਿੱਦਾਂ ਪਲਾਸਟਿਕ ਹੈ, ਪਲਾਸਟਿਕ ਨੂੰ ਆਪਾਂ ਰਿਡਿਊਸ ਕਰ ਸਕਦੇ ਹਾਂ। ਆਪਾਂ ਕਾਟਨ ਜਾਂ ਜੂਟ ਦਾ ਬੈਗ ਲੈ ਕੇ ਆਪਾਂ ਈਜ਼ੀਲੀ ਇਹਨੂੰ ਰਿਡਿਊਸ ਕਰ ਸਕਦੇ ਹਾਂ। ਜਿਹੜੇ ਦੁਕਾਨ ਤੋਂ ਆਪਾਂ ਲਿਫਾਫੇ ਲਈਦੇ ਆ ਉਹ ਨਾ ਲਈਏ ਤੇ ਹੋਰ ਚੀਜ਼ ਨੂੰ ਯੂਜ਼ ਕਰਕੇ ਉਹਨੂੰ ਰਿਫਿਊਜ਼ ਕਰ ਸਕਦੇ ਹਾਂ। ਰਿਡਿਊਸ, ਦਿਸ ਮੀਨਸ ਦੈਟ ਯੂ use less, say you save electricity by switching off unnecessary lights and fans, ਠੀਕ ਹੈ। ਰਿਡਿਊਸ ਮਤਲਬ ਘੱਟ ਤੋਂ ਘੱਟ ਚੀਜ਼ ਨੂੰ ਯੂਜ਼ ਕਰੋ। ਫੋਰ ਐਗਜ਼ਾਮਪਲ ਲਾਈਟ ਹੈ, ਲਾਈਟ ਆਪਾਂ ਐਵੇਂ ਛੱਡ ਦਈਦੀ ਹੈ ਪੱਖੇ ਚਲਾ ਕੇ ਜਾਂ ਉੱਦਾਂ, ਠੀਕ ਹੈ। ਉਹਨਾਂ ਨੂੰ ਘੱਟ ਯੂਜ਼ ਕਰਨਾ ਸਟਾਰਟ ਕਰੋ। ਯੂ ਸੇਵ ਵਾਟਰ ਬਾਈ ਰਿਪੇਅਰਿੰਗ ਲੀਕਿੰਗ ਟੈਪਸ, ਠੀਕ ਹੈ। ਪਾਣੀ ਨੂੰ ਵੀ ਆਪਾਂ ਇੱਦਾਂ ਹੀ ਬਚਾ ਸਕਦੇ ਹਾਂ। ਜਿਹੜੀਆਂ ਟੂਟੀਆਂ ਆਪਣੀਆਂ ਖਰਾਬ ਹੈ ਜਾਂ ਲੀਕ ਕਰਦੀਆਂ ਪਈਆਂ ਉਹਨਾਂ ਨੂੰ ਠੀਕ ਕਰਕੇ, ਖਾਣੇ ਨੂੰ ਵੇਸਟ ਨਾ ਕਰਕੇ, ਠੀਕ ਹੈ। ਇਹਨਾਂ ਸਾਰੀਆਂ ਚੀਜ਼ਾਂ ਨੂੰ ਆਪਾਂ ਰਿਡਿਊਸ ਕਰ ਸਕਦੇ ਹਾਂ। ਦੈਨ ਵੀ ਹੈਵ ਰੀਯੂਜ਼, ਦਿਸ ਇਜ਼ ਐਕਚੁਅਲੀ ਈਵਨ ਅ ਬੈਟਰ ਦੈਨ ਰੀਸਾਈਕਲਿੰਗ ਬਿਕੋਜ਼ the process of recycling uses some energy। in the reuse strategy you simply use things again and again instead of throwing away used envelopes। you can reverse it and use it again। ਇਹ ਕਹਿੰਦੇ ਪਏ ਆ ਰੀਯੂਜ਼ ਤੇ ਰੀਸਾਈਕਲ ਦੇ ਵਿੱਚ ਫਰਕ ਹੈ। ਰੀਯੂਜ਼ ਕੀ ਮਤਲਬ ਹੈ? ਰੀਯੂਜ਼ ਦਾ ਮਤਲਬ ਹੈ ਕਿ ਆਪਾਂ ਉਸ ਚੀਜ਼ ਨੂੰ ਦੁਬਾਰਾ ਯੂਜ਼ ਕਰੀ ਜਾਣਾ। ਮਤਲਬ ਫੋਰ ਐਗਜ਼ਾਮਪਲ ਆਪਾਂ ਲਿਫਾਫਾ ਲਿਆਂਦਾ ਇੱਕ ਪਲਾਸਟਿਕ ਦਾ, ਠੀਕ ਹੈ। ਉਹ ਕਿਹੜਾ ਖਰਾਬ ਹੋਣਾ ਆ? ਉਹਨੂੰ ਆਪਾਂ ਈਵਨ ਟੀਅਰ ਡਾਊਨ ਕਰਾਂਗੇ ਫਿਰ ਹੀ ਖਰਾਬ ਹੋਊਗਾ ਨਾ। ਆਪਾਂ ਅਗਰ ਉਹਨੂੰ ਟੀਅਰ ਡਾਊਨ ਕਰਾਂਗੇ ਹੀ ਨਹੀਂ ਤੇ ਉਹਨੂੰ ਦੁਬਾਰਾ ਰੀਯੂਜ਼ ਕਰੀ ਜਾਂਦੇ ਪਏ ਬਾਰ-ਬਾਰ, ਠੀਕ ਹੈ। ਤੇ ਉਹਨੂੰ ਰੀਸਾਈਕਲ, ਆਪਾਂ ਕੁਛ ਉਹਦੇ ਉੱਪਰ ਕੁਛ ਵੀ ਐਨਰਜੀ ਨਹੀਂ ਯੂਜ਼ ਕਰਦੇ ਪਏ। ਸਿੰਪਲ ਜਿੱਦਾਂ ਆਪਾਂ ਲਿਆਂਦਾ ਸੀ ਉਹਦੇ ਵਿੱਚ ਖਾਣਾ ਪਾਇਆ, ਦੁਬਾਰਾ ਉਹਨੂੰ ਇੱਦਾਂ ਹੀ ਰੱਖ ਲਿਆ। ਨੈਕਸਟ ਟਾਈਮ ਜਦੋਂ ਗਏ ਫੇਰ ਉਹ 'ਚ ਖਾਣਾ ਪਾ ਲੈਂਦਾ, ਜਦੋਂ ਨੈਕਸਟ ਟਾਈਮ ਗਏ ਫੇਰ ਖਾਣਾ ਪਾ ਲੈਂਦਾ, ਠੀਕ ਹੈ। ਦ ਪਲਾਸਟਿਕ ਬੋਟਲ ਇਨ ਵਿਚ ਯੂ ਬਾਈ ਵੇਰੀਅਸ ਫੂਡ ਆਈਟਮਸ ਲਾਈਕ ਜੈਮ, ਪਿਕਲਸ ਕੈਨ ਬੀ ਯੂਜ਼ ਫॉर ਸਟੋਰਿੰਗ ਥਿੰਗਸ ਇਨ ਦਾ ਕਿਚਨ। ਜਿੱਦਾਂ ਹੁਣ ਇਹਨਾਂ ਨੇ ਇੱਕ ਹੋਰ ਐਗਜ਼ਾਮਪਲ ਦਿੱਤੀ, ਜਿੱਦਾਂ ਛੋਟੀ ਛੋਟੀ ਬੋਟਲਸ ਆਪਣੇ ਕੋਲ ਹੁੰਦੀਆਂ ਜੈਮ ਦੀਆਂ ਜਾਂ ਪਿਕਲ ਦੀਆਂ, ਠੀਕ ਹੈ। ਉਹਨਾਂ ਨੂੰ ਆਪਾਂ ਹੋਰ ਵੀ ਚੀਜ਼ ਨਾਲ ਯੂਜ਼ ਕਰ ਸਕਦੇ ਹਾਂ, ਘਰਾਂ ਦੇ ਵਿੱਚ ਆਪਣੇ ਫੂਡ ਆਈਟਮਸ ਨੂੰ ਸਟੋਰ ਕਰਨ ਲਈ ਲੱਗ ਸਕਦੇ ਹਾਂ, ਠੀਕ ਹੈ। then repurpose, this means then when a product can be no more be used for the original purpose, think carefully and use it for some other purpose, ਠੀਕ ਹੈ। ਹੁਣ ਜਿੱਦਾਂ ਕੀ ਕਹਿੰਦੇ ਪਏ ਆ ਰੀਪਰਪਸ, ਮਤਲਬ ਕੋਈ ਚੀਜ਼ ਇੱਦਾਂ ਦੀ ਹੈ ਜਿਹੜੀ ਖਰਾਬ ਹੋ ਚੁੱਕੀ ਹੈ, ਉਹਨੂੰ ਆਪਾਂ ਦੁਬਾਰਾ ਯੂਜ਼ ਨਹੀਂ ਕਰ ਸਕਦੇ, ਪਰ ਹੁਣ ਉਹਨੂੰ ਆਪਾਂ ਇੱਦਾਂ ਦੀ ਚੀਜ਼ 'ਚ ਕਿਤੇ ਲਗਾਉਣਾ ਸੋ ਦੈਟ ਕਿ ਉਹਨੂੰ ਆਪਾਂ ਕਿਤੇ ਯੂਜ਼ ਕਰ ਸਕੀਏ, ਠੀਕ ਹੈ। ਜਿੱਦਾਂ cracked crockery or cups with broken handles can be used to grow small plants as feeding vessels for birds, ਠੀਕ ਹੈ। ਉਹ ਕੀ ਕਹਿੰਦੇ ਪਏ ਕਿ ਕੋਈ ਤੁਹਾਡੇ ਤੋਂ ਕੱਪ ਹੈ ਜਿਹੜਾ, ਠੀਕ ਹੈ, ਚਾਹ ਵਾਲਾ ਕੱਪ ਜਿਹੜਾ ਉਹਦਾ ਹੈਂਡਲ ਟੁੱਟ ਚੁੱਕਾ ਹੈ, ਉਹਨੂੰ ਪਰ ਤੁਸੀਂ ਕਿਸੇ ਪਲਾਂਟ ਨੂੰ ਗਰੋ ਕਰਨ ਦੇ ਲਈ ਯੂਜ਼ ਕਰ ਸਕਦੇ ਆ, ਠੀਕ ਹੈ। ਇੱਦਾਂ ਦੀਆਂ ਚੀਜ਼ਾਂ ਲਈ ਉਹਨੂੰ ਯੂਜ਼ ਰੀਪਰਪਸ ਕਰ ਲਓ, ਠੀਕ ਹੈ। ਰੀਸਾਈਕਲ ਦੇ ਵਿੱਚ ਦਿਸ ਮੀਨਸ ਦੈਟ ਯੂ ਕਲੈਕਟ ਦ ਪਲਾਸਟਿਕ, ਪੇਪਰ, ਗਲਾਸ ਐਂਡ ਮੈਟਲ ਆਈਟਮਸ, ਰੀਸਾਈਕਲ them these materials to require things instead of synthesizing or extracting fresh plastic, paper or metal, ਠੀਕ ਹੈ। ਉਹੀ ਗੱਲ ਕਰਤੀ ਰੀਸਾਈਕਲ ਦੇ ਵਿੱਚ ਕਿਸੇ ਚੀਜ਼ ਨੂੰ ਦੁਬਾਰਾ ਯੂਜ਼ ਕਰਨਾ, ਪਰ ਕਿਸੇ ਪ੍ਰੋਸੈਸ ਦੇ ਅੰਡਰ ਲਿਜਾ ਕੇ। ਰੀਯੂਜ਼ ਦੇ ਵਿੱਚ ਆਪਾਂ ਪ੍ਰੋਸੈਸ ਦੇ ਅੰਡਰ ਨਹੀਂ ਲਿਜਾਂਦੇ, ਉਹਨੂੰ ਤਾਂ ਹੀ ਯੂਜ਼ ਕਰੀ ਜਾਈਦਾ ਆ। ਰੀਸਾਈਕਲ ਦੇ ਵਿੱਚ ਉਹਨੂੰ ਕਿਸੇ ਪ੍ਰੋਸੈਸ ਦੇ ਅੰਡਰ, ਜਿੱਦਾਂ ਪੇਪਰ ਹੈ, ਪੇਪਰ ਨੂੰ ਆਪਾਂ ਇੱਕ ਵਾਰੀ ਲਿਖ ਲਿਆ, ਬਾਅਦ ਵਿੱਚ ਉਹ ਫੈਕਟਰੀ 'ਚ ਦੁਬਾਰਾ ਜਾਂਦਾ ਅਤੇ ਉਹਨੂੰ ਦੁਬਾਰਾ ਯੂਜ਼ ਕਰਨ ਲਈ ਬਣਾ ਦਿੱਤਾ ਜਾਂਦਾ, ਠੀਕ ਹੈ। ਐਂਡ ਦੈਟਸ ਇਨਫ ਫॉर ਟੂਡੇ। ਬਾਕੀ ਆਪਾਂ ਇੱਥੋਂ ਹੀ ਦੁਬਾਰਾ ਕੰਟੀਨਿਊ ਕਰਾਂਗੇ ਨੈਕਸਟ ਟਾਈਮ। ਓਕੇ, ਥੈਂਕ ਯੂ।